ਸਤਿ ਸ਼੍ਰੀ ਅਕਾਲ। ਤੁਸੀਂ PNCN ਦੇਖ ਰਹੇ ਹੋ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਸਵਾਗਤ ਹੈ। ਖਬਰਾਂ ਦੀ ਸ਼ੁਰੂਆਤ ਕਰਾਂਗੇ ਹੈਡਲਾਈਨਸ ਦੇ ਨਾਲ। ਕੈਨੇਡਾ ਵਿੱਚ ਐਮਰਜੈਂਸੀ ਹਟਾਉਣ ਦਾ ਜਸਟਿਨ ਟਰੂਡੋ ਨੇ ਅੱਜ ਕੀਤਾ ਐਲਾਨ। ਰਾਜਧਾਨੀ ਵਿੱਚ ਪ੍ਰਦਰਸ਼ਨਕਾਰੀਆਂ ਨੂੰ ਪੁਲਿਸ ਤੋਂ ਬਚਾਉਣ ਲਈ ਸੈਂਕੜੇ ਕੈਨੇਡਾ ਵਾਸੀਆਂ ਨੂੰ ਫੌਜ ਨੂੰ ਕੀਤੇ ਫੋਨ। ਕੈਨੇਡਾ ਦੀ ਤਰ੍ਹਾਂ ਅਮਰੀਕਾ ਵਿੱਚ ਵੀ ਸ਼ੁਰੂ ਹੋਇਆ ਫਰੀडम ਕਨਵੋਏ। ਦੱਖਣੀ ਕੈਲੀਫੋਰਨੀਆ ਤੋਂ ਵਾਸ਼ਿੰਗਟਨ DC ਦੇ ਲਈ ਰਵਾਨਾ ਹੋਇਆ ਟਰੱਕਾਂ ਦਾ ਕਾਫਲਾ। ਇੰਟਰਨੈਸ਼ਨਲ ਵਿਦਿਆਰਥਣ ਵਜੋਂ ਕੈਨੇਡਾ ਆਈ ਸਤਿੰਦਰ ਗਰੇਵਾਲ ਨੂੰ ਮਿਲਿਆ ਉਸ ਦਾ ਹੱਕ। ਦੱਸਾਂਗੇ ਕੀ ਇਹ ਪੂਰਾ ਮਾਮਲਾ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ PNP ਦਾ ਤਾਜ਼ਾ ਡਰਾਅ ਕੱਢਿਆ ਗਿਆ ਹੈ, ਉਸ ਦੇ ਬਾਰੇ ਵੀ ਦੱਸਾਂਗੇ ਖਬਰਾਂ ਵਿੱਚ। ਕੈਨੇਡਾ ਭਰ ਵਿੱਚ ਅੱਜ ਦੇ ਦਿਨ ਨੂੰ ਪਿੰਕ ਸ਼ਰਟ ਡੇ ਵਜੋਂ ਮਨਾਇਆ ਗਿਆ। ਦੱਸਾਂਗੇ ਕਿਉਂ ਹਰ ਸਾਲ ਫਰਵਰੀ ਦੇ ਆਖਰੀ ਬੁੱਧਵਾਰ ਨੂੰ ਮਨਾਇਆ ਜਾਂਦਾ ਹੈ ਪਿੰਕ ਸ਼ਰਟ ਡੇ। ਇਸ ਦੇ ਨਾਲ ਹੀ ਹੁਣ ਖਬਰਾਂ ਦੀ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਅਹਿਮ ਖਬਰ ਜੋ ਅੱਜ ਦੀ ਹੈ ਕਿ ਜੋ ਹੁਣ ਤੱਕ ਐਮਰਜੈਂਸੀ ਲਗਾਈ ਹੋਈ ਸੀ ਫਰਵਰੀ 14 ਤੋਂ ਕੈਨੇਡਾ ਵਿੱਚ ਉਸ ਨੂੰ ਹਟਾ ਦਿੱਤਾ ਗਿਆ। ਕਾਫੀ ਵਿਵਾਦਾਂ ਤੋਂ ਬਾਅਦ ਕੈਨੇਡਾ ਵਿੱਚ ਐਮਰਜੈਂਸੀ ਨੂੰ ਹਟਾ ਦਿੱਤਾ ਗਿਆ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਐਮਰਜੈਂਸੀ ਐਕਟ ਦੀ ਵਰਤੋਂ ਨੂੰ ਅੱਗੇ ਹੋਰ ਜਾਰੀ ਨਾ ਰੱਖਣ ਵਾਸਤੇ ਕਿਹਾ ਹੈ, ਜੋ ਕਿ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ, ਜਿਸ ਦੇ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਸਮੇਂ ਹਾਲਾਤ ਹੁਣ ਐਮਰਜੈਂਸੀ ਵਰਗੇ ਨਹੀਂ ਨੇ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਜੋ ਮੌਜੂਦਾ ਕਾਨੂੰਨ ਹੈ ਉਸ ਦੇ ਉੱਤੇ ਉਹਨਾਂ ਨੂੰ ਭਰੋਸਾ ਹੈ ਤੇ ਜੋ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਕਦਮ ਚੁੱਕੇ ਜਾਣੇ ਨੇ ਉਸ ਦੇ ਵਾਸਤੇ ਉਹ ਕਾਫੀ ਹੈ। ਜੋ ਗਵਰਨਰ ਜਨਰਲ ਦੇ ਵੱਲੋਂ ਬੁੱਧਵਾਰ ਦੀ ਦੁਪਹਿਰ ਨੂੰ ਐਮਰਜੈਂਸੀ ਹਟਾਉਣ ਦੇ ਬਾਰੇ ਦਸਤਖਤ ਵੀ ਕਰ ਦਿੱਤੇ ਗਏ ਤੇ ਸਟੇਟ ਆਫ ਐਮਰਜੈਂਸੀ ਅਧਿਕਾਰਤ ਤੌਰ ਦੇ ਉੱਤੇ ਹੁਣ ਹਟਾ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਸੋਮਵਾਰ ਨੂੰ ਹਾਊਸ ਆਫ ਕਾਮਨਸ ਦੇ ਵਿੱਚ VOTING ਹੋਈ ਸੀ, ਜਿਸ ਦੇ ਵਿੱਚ ਐਮਰਜੈਂਸੀ ਜਾਰੀ ਰੱਖਣ ਦੇ ਹੱਕ 'ਚ ਵੋਟਾਂ ਪਾਈਆਂ ਗਈਆਂ ਸਨ ਜ਼ਿਆਦਾ ਲੋਕ ਸਭਾ ਮੈਂਬਰਾਂ ਦੇ ਵੱਲੋਂ। ਪਰ ਹੁਣ 2 ਦਿਨ ਬਾਅਦ ਹੀ ਇਸ ਦੇ ਉੱਤੇ ਫੈਸਲਾ ਲੈ ਲਿਆ ਗਿਆ ਹੈ ਕਿ ਐਮਰਜੈਂਸੀ ਨੂੰ ਹਟਾਇਆ ਜਾ ਰਿਹਾ ਹੈ, ਜਿਸ ਦੇ ਬਾਰੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪ ਐਲਾਨ ਕੀਤਾ। ਕੈਨੇਡਾ ਦੇ ਹੁਣ ਤੱਕ ਦੇ ਇਤਿਹਾਸ ਵਿੱਚ ਅਜਿਹਾ ਪਹਿਲੀ ਵਾਰ ਹੋਇਆ ਸੀ ਕਿ ਐਮਰਜੈਂਸੀ ਲਗਾਉਣ ਦਾ ਫੈਸਲਾ ਲਿਆ ਗਿਆ, ਜੋ ਕਿ ਇਸ ਕਰਕੇ ਲਿਆ ਗਿਆ ਕਿ ਪ੍ਰਦਰਸ਼ਨ ਕੀਤੇ ਜਾ ਰਹੇ ਸਨ ਕੈਨੇਡਾ ਭਰ ਵਿੱਚ। COVID-19 ਦੀਆਂ ਹਦਾਇਤਾਂ ਨੂੰ ਹਟਾਉਣ ਦੀ ਮੰਗ ਕੀਤੀ ਜਾ ਰਹੀ ਸੀ। ਐਮਰਜੈਂਸੀ ਲਗਾਉਣ ਦਾ ਫੈਸਲਾ ਲਿਆ ਗਿਆ ਪ੍ਰਦਰਸ਼ਨਕਾਰੀਆਂ ਦੇ ਉੱਤੇ ਕਾਬੂ ਪਾਉਣ ਦੇ ਵਾਸਤੇ, ਜੋ ਕਿ ਸੋਮਵਾਰ 14 ਫਰਵਰੀ 2022 ਦਾ ਦਿਨ ਹਮੇਸ਼ਾ ਲਈ ਇਤਿਹਾਸ ਦੇ ਵਿੱਚ ਦਰਜ ਹੋ ਗਿਆ ਜਦੋਂ ਕੈਨੇਡਾ ਵਿੱਚ ਐਮਰਜੈਂਸੀ ਲਗਾਈ ਗਈ ਸੀ। ਜਦੋਂ ਐਮਰਜੈਂਸੀ ਲਗਾਈ ਗਈ, ਪੁਲਿਸ ਦੇ ਵੱਲੋਂ ਵਾਧੂ ਸ਼ਕਤੀਆਂ ਦੀ ਵਰਤੋਂ ਕੀਤੀ ਗਈ। ਉਸ ਦੌਰਾਨ ਪ੍ਰਦਰਸ਼ਨਕਾਰੀਆਂ ਨੂੰ ਹਟਾਉਣ ਦੇ ਵਾਸਤੇ ਜੋ ਜ਼ੋਰ ਅਜ਼ਮਾਇਸ਼ ਦੀ ਵਰਤੋਂ ਡਾਊਨਟਾਊਨ ਦੇ ਵਿੱਚ ਕੀਤੀ ਗਈ, ਤਾਂ ਉਸ ਦੌਰਾਨ ਜਦੋਂ ਤਸਵੀਰਾਂ ਸਾਹਮਣੇ ਆ ਰਹੀਆਂ ਸੀ ਕਿ ਪੁਲਿਸ ਕਿਹੋ ਜਿਹਾ ਵਤੀਰਾ ਪ੍ਰਦਰਸ਼ਨਕਾਰੀਆਂ ਦੇ ਨਾਲ ਕਰ ਰਹੀ ਹੈ, ਤਾਂ ਉਸੇ ਸਮੇਂ ਫੌਜ ਨੂੰ ਕੈਨੇਡਾ ਵਾਸੀ ਫੋਨ ਵੀ ਕਰ ਰਹੇ ਸਨ। ਕੈਨੇਡਾ ਦੀ ਫੌਜ ਵੱਲੋਂ ਅਧਿਕਾਰੀ ਨੇ ਇੱਕ ਬਿਆਨ ਜਾਰੀ ਕੀਤਾ ਹੈ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਜੋ ਫੋਨ ਲਾਈਨਸ ਨੇ ਉਹਨਾਂ ਦੇ ਉੱਤੇ ਪਿਛਲੇ ਵੀਕਐਂਡ 300 ਤੋਂ ਵੱਧ ਫੋਨ ਆਏ ਨੇ, ਜੋ ਰਾਜਧਾਨੀ ਓਟਵਾ ਵਿੱਚ ਪ੍ਰਦਰਸ਼ਨਕਾਰੀਆਂ ਨਾਲ ਪੁਲਿਸ ਵੱਲੋਂ ਵਤੀਰਾ ਕੀਤਾ ਜਾ ਰਿਹਾ ਸੀ। ਤਾਂ ਜੋ ਪ੍ਰਦਰਸ਼ਨਕਾਰੀਆਂ ਨੂੰ ਸਮਰਥਨ ਦੇ ਰਹੇ ਸਨ, ਉਹ ਫੋਨ ਕਰਕੇ ਫੌਜੀਆਂ ਤੋਂ ਮਦਦ ਮੰਗ ਰਹੇ ਸੀ ਕਿ ਆਮ ਲੋਕਾਂ ਨੂੰ ਬਚਾਇਆ ਜਾਵੇ, ਜੋ ਕਿ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਨੇ, ਪਰ ਪੁਲਿਸ ਉਹਨਾਂ ਦੇ ਉੱਤੇ ਜ਼ੁਲਮ ਕਰ ਰਹੀ ਹੈ। ਡਿਪਾਰਟਮੈਂਟ ਆਫ ਨੈਸ਼ਨਲ ਡਿਫੈਂਸ ਤੋਂ ਇੱਕ ਬੁਲਾਰੇ ਨੇ ਇਸ ਦੇ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਮੀਡੀਆ ਲਾਈਨ ਦੇ ਉੱਤੇ 360 ਫੋਨ ਆਏ ਨੇ ਤੇ ਇਸ ਤੋਂ ਵੀ ਜ਼ਿਆਦਾ ਸਨ, ਜੋ ਲਗਾਤਾਰ ਮਦਦ ਦੀ ਮੰਗ ਕੀਤੀ ਜਾ ਰਹੀ ਸੀ ਕਿ ਡਾਊਨਟਾਊਨ ਓਟਵਾ ਵਿੱਚ ਆਮ ਲੋਕਾਂ ਦੇ ਨਾਲ ਜੋ ਪੁਲਿਸ ਵਤੀਰਾ ਕਰ ਰਹੀ ਹੈ ਉਸ ਤੋਂ ਉਹਨਾਂ ਨੂੰ ਬਚਾਇਆ ਜਾਵੇ। ਬੁਲਾਰੇ ਨੇ ਇਹ ਵੀ ਕਿਹਾ ਕਿ ਉਹਨਾਂ ਨੇ ਕਾਫੀ ਆਰਾਮ ਨਾਲ ਕਈ ਫੋਨ ਸੁਣੇ ਵੀ ਨੇ, ਜਿਸ ਦੇ ਵਿੱਚ ਉਹਨਾਂ ਨੂੰ ਕਿਸੇ ਦੇ ਵੱਲੋਂ ਵੀ ਗਲਤ ਸ਼ਬਦਾਵਲੀ ਦੀ ਵਰਤੋਂ ਨਹੀਂ ਕੀਤੀ ਗਈ ਤੇ ਸ਼ਾਂਤਮਈ ਢੰਗ ਦੇ ਨਾਲ ਉਹ ਗੱਲਬਾਤ ਕਰ ਰਹੇ ਸੀ ਤੇ ਡਾਊਨਟਾਊਨ ਵਿੱਚ ਜੋ ਹਾਲਾਤ ਸਨ ਉਸ ਨੂੰ ਲੈ ਕੇ ਚਿੰਤਾ ਦਾ ਪ੍ਰਗਟਾਵਾ ਵੀ ਕੀਤਾ ਜਾ ਰਿਹਾ ਸੀ। ਪਰ ਡਿਪਾਰਟਮੈਂਟ ਆਫ ਨੈਸ਼ਨਲ ਡਿਫੈਂਸ ਤੋਂ ਬੁਲਾਰੇ ਨੇ ਕਿਹਾ ਕਿ ਉਹ ਉਹਨਾਂ ਫੋਨ ਕਰਨ ਵਾਲਿਆਂ ਨੂੰ ਲਗਾਤਾਰ ਸਲਾਹ ਦੇ ਰਹੇ ਸਨ ਕਿ ਜੋ ਉਹਨਾਂ ਦੇ ਲੋਕਲ ਲੋਕ ਸਭਾ ਮੈਂਬਰ ਨੇ ਉਹਨਾਂ ਦੇ ਨਾਲ ਸੰਪਰਕ ਕੀਤਾ ਜਾਵੇ ਤੇ ਆਪਣੀ ਚਿੰਤਾ ਦਾ ਪ੍ਰਗਟਾਵਾ ਲੋਕ ਸਭਾ ਮੈਂਬਰਾਂ ਦੇ ਕੋਲ ਕੀਤਾ ਜਾਵੇ, ਜਿਸ ਦੇ ਵਿੱਚ ਸਾਫ਼ ਤੌਰ ਦੇ ਉੱਤੇ ਉਹਨਾਂ ਨੇ ਕਿਹਾ ਕਿ ਕਿਸੇ ਦੇ ਵੱਲੋਂ ਵੀ ਕਿਸੇ ਗਲਤ ਸ਼ਬਦਾਵਲੀ ਦੀ ਵਰਤੋਂ ਫੋਨ ਕਰਕੇ ਨਹੀਂ ਕੀਤੀ ਗਈ। ਜੋ ਫੌਜ ਤੋਂ ਮਦਦ ਮੰਗ ਰਹੇ ਸਨ ਲੋਕ ਕਿ ਪੁਲਿਸ ਤੋਂ ਖੁਦ ਦੀ ਸੁਰੱਖਿਆ ਦੇ ਵਾਸਤੇ, ਕਿਉਂਕਿ ਫਰਵਰੀ 19 ਨੂੰ ਜੋ ਵੀਡੀਓ ਸਾਹਮਣੇ ਆਈਆਂ ਸਨ ਉਸ ਦੇ ਵਿੱਚ ਪੇਪਰ ਸਪਰੇ ਦੀ ਵਰਤੋਂ ਵੀ ਕੀਤੀ ਗਈ ਪ੍ਰਦਰਸ਼ਨਕਾਰੀਆਂ ਦੇ ਉੱਤੇ। ਘੋੜਿਆਂ ਦੇ ਹੇਠਾਂ ਕੁਝ ਲੋਕ ਮਿੱਧੇ ਗਏ ਸੀ, ਜੋ ਕਿ ਜ਼ਖਮੀ ਵੀ ਹੋਏ, ਜਿਸ ਦੀ ਵੀਡੀਓਜ਼ ਵੀ ਸਾਹਮਣੇ ਆਈਆਂ ਤੇ ਪੁਲਿਸ ਦੇ ਇਸ ਵਤੀਰੇ ਦੀ ਨਿਖੇਧੀ ਕੀਤੀ ਜਾ ਰਹੀ ਹੈ। ਤਾਂ ਕੁਝ ਇਸ ਤਰ੍ਹਾਂ ਮਦਦ ਦੀ ਮੰਗ ਕੀਤੀ ਜਾ ਰਹੀ ਸੀ, ਜਿਸ ਦੇ ਬਾਰੇ ਫੌਜ ਤੋਂ ਇੱਕ ਅਧਿਕਾਰੀ ਨੇ ਜਾਣਕਾਰੀ ਸਾਂਝੀ ਕੀਤੀ ਹੈ। ਜੋ ਪ੍ਰਦਰਸ਼ਨ ਨੇ ਹਜੇ ਵੀ ਰੁਕੇ ਨਹੀਂ ਨੇ, ਪਰ ਐਮਰਜੈਂਸੀ ਨੂੰ ਹਟਾ ਦਿੱਤਾ ਗਿਆ ਹੈ। ਕਾਫੀ ਵਿਵਾਦ ਵੀ ਇਸ ਤੋਂ ਬਾਅਦ ਸ਼ੁਰੂ ਹੋਇਆ
ਜੋ ਪ੍ਰਧਾਨ ਮੰਤਰੀ ਨੇ ਐਮਰਜੈਂਸੀ ਲਗਾਉਣ ਦਾ ਫੈਸਲਾ ਲਿਆ ਸੀ। ਕੈਨੇਡਾ ਦੇ ਇਤਿਹਾਸ ਵਿੱਚ ਅਜਿਹਾ ਪਹਿਲੀ ਵਾਰ ਹੋਇਆ ਸੀ ਕਿ ਕੈਨੇਡਾ ਵਿੱਚ ਐਮਰਜੈਂਸੀ ਲੱਗੀ ਹੋਵੇ। ਜਦੋਂ ਤੋਂ ਇਹ ਐਕਟ ਬਣਿਆ ਉਦੋਂ ਤੋਂ ਲੈ ਕੇ ਹੁਣ ਤੱਕ ਕਦੀ ਇਸ ਦੀ ਵਰਤੋਂ ਨਹੀਂ ਸੀ ਕੀਤੀ ਗਈ, ਪਰ 14 ਫਰਵਰੀ 2022 ਨੂੰ ਅਜਿਹਾ ਹੋਇਆ। ਤਾਂ ਉਧਰ ਜਿਵੇਂ ਕੈਨੇਡਾ ਦੇ ਵਿੱਚ ਫਰੀडम ਕਨਵੋਏ ਸ਼ੁਰੂ ਹੋਇਆ ਸੀ, ਵੈਨਕੂਵਰ ਤੋਂ ਟਰੱਕਾਂ ਦਾ ਕਾਫਲਾ ਚੱਲਿਆ ਸੀ, ਆਟੋਵਾ ਦੇ ਵਿੱਚ ਪਹੁੰਚਿਆ ਸੀ ਤੇ ਆਟੋਵਾ ਵਿੱਚ ਹਜੇ ਵੀ ਪ੍ਰਦਰਸ਼ਨਕਾਰੀ ਮੌਜੂਦ ਨੇ। ਤਾਂ ਇਸ ਦੇ ਸਮਰਥਨ ਵਿੱਚ ਅਮਰੀਕਾ ਵਿੱਚ ਵੀ ਇੱਕ ਫਰੀडम ਕਨਵੋਏ ਸ਼ੁਰੂ ਕੀਤਾ ਗਿਆ ਹੈ, ਜਿਸ ਦੀ ਸ਼ੁਰੂਆਤ ਕੈਲੀਫੋਰਨੀਆ ਤੋਂ ਕੀਤੀ ਗਈ ਹੈ ਤੇ ਵਾਸ਼ਿੰਗਟਨ ਡੀਸੀ ਤੱਕ ਇਹ ਰੈਲੀ ਕੱਢੀ ਜਾ ਰਹੀ ਹੈ, ਜਿਸ ਦੇ ਵਿੱਚ ਪ੍ਰਦਰਸ਼ਨਕਾਰੀ ਮੌਜੂਦ ਨੇ ਤੇ ਟਰੱਕਾਂ ਦੇ ਡਰਾਈਵਰ ਟਰੱਕ ਲੈ ਕੇ ਤੁਰੇ ਹੋਏ ਨੇ, ਜੋ ਕਿ ਕੋਵਿਡ-19 ਦੀਆਂ ਹਦਾਇਤਾਂ ਨੂੰ ਹਟਾਉਣ ਦੀ ਮੰਗ ਵੀ ਕਰ ਰਹੇ ਨੇ ਤੇ ਕੈਨੇਡਾ ਦੇ ਵਿੱਚ ਜੋ ਇਹ ਪ੍ਰਦਰਸ਼ਨ ਹੋ ਰਹੇ ਨੇ ਉਸ ਨੂੰ ਸਮਰਥਨ ਵੀ ਅਮਰੀਕਾ ਤੋਂ ਇਹਨਾਂ ਦੇ ਵੱਲੋਂ ਦਿੱਤਾ ਜਾ ਰਿਹਾ ਹੈ। ਇਸ ਤਰ੍ਹਾਂ ਦੀ ਅਗਲੀ ਖਬਰ ਜੋ ਬਰੈਂਪਟਨ ਦੇ ਵਿੱਚੋਂ ਕਈ ਰੈਲੀਆਂ ਹੋਣ ਦੀਆਂ ਤਸਵੀਰਾਂ ਸਾਹਮਣੇ ਆਈਆਂ ਸੀ, ਜਿੱਥੇ ਕਿ ਘੱਟ ਤਨਖਾਹ ਦਿੰਦੇ ਹੋਏ ਕਾਮਿਆਂ ਦੇ ਨਾਲ ਧੱਕਾ ਕੀਤੇ ਜਾਣ ਦੇ ਖਿਲਾਫ ਮੰਗ ਕੀਤੀ ਜਾ ਰਹੀ ਸੀ ਕਾਰਵਾਈ ਦੀ, ਜਿਸ ਦੇ ਵਿੱਚ ਕਈ ਰੈਲੀਆਂ ਦੇ ਵਿੱਚ ਉਹਨਾਂ ਕੰਮ ਦੇਣ ਵਾਲਿਆਂ ਦਾ ਖੁਲਾਸਾ ਵੀ ਕੀਤਾ ਗਿਆ, ਤਸਵੀਰਾਂ ਵੀ ਦਿਖਾਈਆਂ ਗਈਆਂ ਤੇ ਪ੍ਰਦਰਸ਼ਨ ਕੀਤੇ ਗਏ। ਉਹਨਾਂ ਵਪਾਰਾਂ ਦੇ ਬਾਹਰ ਖੜ ਕੇ ਵੀ ਪ੍ਰਦਰਸ਼ਨ ਕੀਤੇ ਗਏ ਜਿੱਥੇ ਕਾਮਿਆਂ ਦੇ ਨਾਲ ਧੱਕਾ ਹੋਇਆ। ਤੇ ਇਸੇ ਦੌਰਾਨ ਇੱਕ ਸਤਿੰਦਰ ਗਰੇਵਾਲ ਨਾਮਕ ਲੜਕੀ, ਜਿਸਨੇ ਕਿ ਆਵਾਜ਼ ਚੁੱਕੀ ਸੀ ਤੇ ਕਲੇਮ ਵੀ ਪਾਇਆ ਸੀ, ਉਸ ਨੂੰ ਹੁਣ $16,000 ਤੋਂ ਵੱਧ ਰਕਮ ਵਪਾਰ ਦੇ ਵੱਲੋਂ ਦਿੱਤੀ ਜਾਵੇਗੀ, ਜਿਸ ਦਾ ਇਹ ਸਿੱਟਾ ਨਿਕਲਿਆ, ਜਿਸ ਦੇ ਬਾਰੇ ਪੂਰੀ ਜਾਣਕਾਰੀ ਤੁਹਾਨੂੰ ਇਸ ਰਿਪੋਰਟ ਦੇ ਵਿੱਚ ਦੱਸਦੇ ਹਾਂ। ਬਰੈਂਪਟਨ ਦੀ ਰਹਿਣ ਵਾਲੀ ਸਤਿੰਦਰ ਗਰੇਵਾਲ ਨਾਮਕ ਲੜਕੀ, ਜੋ ਕਿ ਇੰਟਰਨੈਸ਼ਨਲ ਸਟੂਡੈਂਟ ਵਜੋਂ ਕੈਨੇਡਾ ਵਿੱਚ ਆਈ ਸੀ, ਉਸਨੇ ਸ਼ਿਕਾਇਤ ਕੀਤੀ ਸੀ ਕਿ ਕੋਵਿਡ-19 ਦੀ ਮਹਾਮਾਰੀ ਦੌਰਾਨ ਸਾਲ 2020 ਵਿੱਚ ਜੂਨ ਮਹੀਨੇ ਤੋਂ ਲੈ ਕੇ ਦਸੰਬਰ ਤੱਕ ਉਸਨੇ ਬਰੈਂਪਟਨ ਦੇ ਹੀ ਵਪਾਰ ਚਾਟ ਹੱਟ ਦੇ ਉੱਤੇ ਜੋ ਕੰਮ ਕੀਤਾ, ਦਰਅਸਲ ਇਸ ਵਪਾਰ ਦੇ ਮਾਲਕ ਵੱਲੋਂ ਉਸ ਨੂੰ ਵਾਅਦਾ ਕੀਤਾ ਗਿਆ ਸੀ ਕਿ ਅੱਗੇ PR ਵਿੱਚ ਉਸ ਦੀ ਮਦਦ ਕਰਨਗੇ ਉਹ ਕਿ ਕਾਗਜ਼ ਦੇਣ ਵਿੱਚ, ਜਿਸ ਕਰਕੇ ਉਸ ਨੂੰ ਮਨਜ਼ੂਰ ਸੀ ਕਿ ਉਹ ਇੱਕ ਦਿਨ ਦੇ ਵਾਸਤੇ $60 ਦੇ ਉੱਤੇ ਕੰਮ ਕਰਨ ਨੂੰ ਹਾਂ ਕਰ ਬੈਠੀ ਸੀ ਤੇ 6 ਹਫ਼ਤੇ ਬਾਅਦ ਉਸ ਦੀ ਤਨਖਾਹ ਵਿੱਚ ਇਹ ਵਾਅਦਾ ਕੀਤਾ ਗਿਆ ਕਿ 12 ਘੰਟੇ ਲਈ ਇੱਕ ਦਿਨ ਦੇ $100 ਉਸ ਨੂੰ ਮਿਲਦੇ ਸਨ, ਜੋ ਕਿ ਇੱਕ ਘੰਟੇ ਦੇ $8 ਦੇ ਕਰੀਬ ਤਨਖਾਹ ਸੀ। ਤੇ ਉਸ ਰੈਸਟੋਰੈਂਟ ਦੇ ਵਿੱਚ ਉਹ ਸਰਵਰ, ਕੁੱਕ, ਕਲੀਨਰ ਤੇ ਕੈਸ਼ੀਅਰ ਦਾ ਕੰਮ ਕਰਦੀ ਸੀ ਤੇ ਕੁਝ ਦੇਰ ਬਾਅਦ ਉਸਨੇ ਨੌਕਰੀ ਛੱਡ ਦਿੱਤੀ ਤੇ ਇੰਪਲੋਇਮੈਂਟ ਸਟੈਂਡਰਡਸ ਦੇ ਰਾਹੀਂ ਕਲੇਮ ਪਾਇਆ ਨਵੰਬਰ 2021 ਵਿੱਚ ਮਿਨਿਸਟਰੀ ਆਫ ਲੇਬਰ ਦੇ ਰਾਹੀਂ, ਜਿਸ ਤੋਂ ਬਾਅਦ ਹੁਣ ਉਸ ਨੂੰ $16,995.29 ਦੇਣ ਦੇ ਬਾਰੇ ਇੱਕ ਫੈਸਲਾ ਹੋਇਆ, ਜੋ ਕਿ ਆਫੀਸਰ ਦੋਵੇਂ ਧਿਰਾਂ ਦੇ ਦਰਮਿਆਨ ਫੈਸਲਾ ਕਰਵਾ ਰਿਹਾ ਸੀ। ਫਰਵਰੀ 10 ਨੂੰ ਉਹਨਾਂ ਦੇ ਵੱਲੋਂ ਫੈਸਲਾ ਸੁਣਾਇਆ ਗਿਆ ਕਿ ਸਤਿੰਦਰ ਗਰੇਵਾਲ ਨੂੰ ਚਾਟ ਹੱਟ ਵੱਲੋਂ $16,000 ਤੋਂ ਵੱਧ ਦਿੱਤੇ ਜਾਣਗੇ, ਜੋ ਉਸ ਦੇ ਨਾਲ ਕੰਮ ਦੇ ਉੱਤੇ ਇਹ ਧੱਕਾ ਹੋਇਆ ਕਿ ਉਸ ਨੂੰ ਘੱਟ ਤਨਖਾਹ ਦਿੱਤੀ ਗਈ ਤੇ ਜ਼ਿਆਦਾ ਕੰਮ ਕਰਵਾਇਆ ਗਿਆ, ਜਿਸ ਤੋਂ ਬਾਅਦ ਸਤਿੰਦਰ ਗਰੇਵਾਲ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਇੱਥੇ ਜ਼ਿਕਰਯੋਗ ਹੈ ਕਿ ਬਰੈਂਪਟਨ ਦੇ ਵਿੱਚ ਰੈਲੀਆਂ ਵੀ ਕੀਤੀਆਂ ਜਾ ਰਹੀਆਂ ਸਨ, ਜਿਸ ਦੇ ਵਿੱਚ ਕਾਫੀ ਗਿਣਤੀ ਵਿੱਚ ਵਿਅਕਤੀ ਪਹੁੰਚੇ ਸੀ, ਜੋ ਕਿ ਕੰਮ ਉੱਤੇ ਧੱਕਾ ਹੋਣ ਦਾ ਆਪਣਾ ਅਨੁਭਵ ਸਾਂਝਾ ਕਰ ਰਹੇ ਸੀ। ਇਸ ਤਰ੍ਹਾਂ ਨੌਜਵਾਨ ਸਪੋਰਟ ਨੈਟਵਰਕ, ਇਹ ਇੱਕ ਪੰਜਾਬੀਆਂ ਦੀ ਬਰੈਂਪਟਨ ਦੇ ਵਿੱਚ ਬਣਾਈ ਗਈ ਸੰਸਥਾ ਹੈ, ਜੋ ਕਿ ਇੰਟਰਨੈਸ਼ਨਲ ਵਿਦਿਆਰਥੀਆਂ ਦੀ ਮਦਦ ਕਰਦੇ ਨੇ ਤੇ ਇਸ ਦੇ ਨਾਲ ਹੀ ਕਾਮਿਆਂ ਦੀ, ਤਾਂ ਕਿ ਜੇਕਰ ਉਹਨਾਂ ਦੇ ਨਾਲ ਕੰਮ ਦੇ ਉੱਤੇ ਧੱਕਾ ਹੋਵੇ ਤਾਂ ਕੁਝ ਅਜਿਹੇ ਕਲੇਮ ਦੇ ਰਾਹੀਂ ਉਹ ਪੈਸੇ ਲੈ ਸਕਣ ਵਾਪਸ। ਸਿਰਫ ਸਤਿੰਦਰ ਗਰੇਵਾਲ ਨਹੀਂ, ਸਗੋਂ ਹੋਰ ਵੀ ਕਈਆਂ ਦੇ ਵੱਲੋਂ ਕਲੇਮ ਪਾਏ ਗਏ ਨੇ ਵੱਖੋ ਵੱਖਰੇ ਵਪਾਰਾਂ ਦੇ ਉੱਤੇ। ਕੁਝ ਇਸ ਤਰ੍ਹਾਂ ਜੋ ਕੰਮ ਦੇ ਉੱਤੇ ਉਹਨਾਂ ਨਾਲ ਧੱਕਾ ਹੋਇਆ, ਘੱਟ ਤਨਖਾਹ ਉਹਨਾਂ ਨੂੰ ਦਿੱਤੀ ਗਈ, ਜ਼ਿਆਦਾ ਕੰਮ ਕਰਵਾਇਆ ਗਿਆ ਤੇ ਇਸੇ ਨੂੰ ਲੈ ਕੇ ਨਾ ਸਿਰਫ ਇੱਕ ਸ਼ਹਿਰ ਜਾਂ ਸੂਬਾ, ਸਗੋਂ ਕੈਨੇਡਾ ਭਰ ਵਿੱਚ ਜਿੱਥੇ ਵੀ ਕਾਮੇ ਮੌਜੂਦ ਨੇ ਉਹਨਾਂ ਨੂੰ ਸਮੇਂ-ਸਮੇਂ ਦੇ ਉੱਤੇ ਜਾਗਰੂਕ ਵੀ ਕੀਤਾ ਜਾਂਦਾ ਹੈ ਤੇ ਇਸ ਦੇ ਬਾਰੇ ਉਤਸ਼ਾਹਿਤ ਕੀਤਾ ਜਾਂਦਾ ਹੈ ਕਿ ਉਹ ਆਪਣੇ ਹੱਕ ਦੀ ਆਵਾਜ਼ ਚੁੱਕਣ। ਜੇ ਉਹਨਾਂ ਦੇ ਨਾਲ ਕਿਤੇ ਧੱਕਾ ਹੁੰਦਾ ਹੈ ਤਾਂ ਬਣਦੀ ਤਨਖਾਹ ਉਹਨਾਂ ਦੇ ਕੰਮ ਦੇ ਮੁਤਾਬਕ ਉਹਨਾਂ ਨੂੰ ਮਿਲੇ, ਜੋ ਉਹਨਾਂ ਦਾ ਮੁੱਢਲਾ ਹੱਕ ਹੈ ਤੇ ਇਸ ਦੇ ਨਾਲ ਹੀ ਜੋ ਬਣਦੀਆਂ ਸਹੂਲਤਾਂ ਨੇ ਉਹਨਾਂ ਦਾ ਵੀ ਉਹਨਾਂ ਦਾ ਹੱਕ ਬਣਦਾ ਹੈ, ਉਹਨਾਂ ਨੂੰ ਮਿਲਣੀਆਂ ਚਾਹੀਦੀਆਂ ਨੇ, ਜਿਸ ਦੇ ਬਾਰੇ ਜੇਕਰ ਕਿਤੇ ਕਾਮੇ ਨੂੰ ਅਜਿਹੀ ਮਦਦ ਜਾਂ ਸਹੂਲਤ ਕਿਤੇ ਨਹੀਂ ਮਿਲ ਰਹੀ ਜੋ ਕੰਮ ਵਾਲੀ ਥਾਂ ਤੋਂ ਮਿਲਣੀ ਚਾਹੀਦੀ ਹੈ ਤੇ ਤਨਖਾਹ ਪੂਰੀ ਤੇ ਸਮੇਂ ਸਿਰ ਨਹੀਂ ਮਿਲ ਰਹੀ, ਤਾਂ ਇਸ ਦੇ ਬਾਰੇ ਸ਼ਿਕਾਇਤ ਜ਼ਰੂਰ ਕੀਤੀ ਜਾਵੇ। ਹੁਣ ਅੱਗੇ ਜਾਣਕਾਰੀ ਜੋ ਬ੍ਰਿਟਿਸ਼ ਕੋਲੰਬੀਆ ਦੇ ਵਿੱਚ PNP ਦਾ ਤਾਜ਼ਾ ਡਰਾਅ ਨਿਕਲਿਆ ਉਸ ਦੇ ਬਾਰੇ। ਬ੍ਰਿਟਿਸ਼ ਕੋਲੰਬੀਆ ਦੇ ਇਮੀਗ੍ਰੇਸ਼ਨ ਵਿਭਾਗ ਨੇ ਦੱਸਿਆ ਹੈ ਕਿ 160 ਇਮੀਗ੍ਰੇਸ਼ਨ ਕੈਂਡੀਡੇਟਸ ਨੂੰ ਇਨਵੀਟੇਸ਼ਨ ਭੇਜੇ ਗਏ ਨੇ। ਤਾਜ਼ਾ PNP ਦਾ ਜੋ ਡਰਾਅ ਕੱਢਿਆ ਗਿਆ ਹੈ ਫਰਵਰੀ 22 ਨੂੰ, ਜਿਸ ਦੇ ਬਾਰੇ ਦੱਸਿਆ ਗਿਆ ਹੈ ਕਿ ਦੋ ਵੱਖੋ ਵੱਖਰੀਆਂ ਸਟਰੀਮਸ ਨੇ, ਜਿਨ੍ਹਾਂ ਦੇ ਵਿੱਚ
ਇਹ ਇਨਵੀਟੇਸ਼ਨ ਭੇਜੇ ਗਏ ਨੇ ਬ੍ਰਿਟਿਸ਼ ਕੋਲੰਬੀਆ ਪਰਮਿਸ਼ਨਲ ਨੋਮਨੀ ਪ੍ਰੋਗਰਾਮ ਦੇ ਅਧੀਨ ਸਕਿੱਲਸ ਇਮੀਗ੍ਰੇਸ਼ਨ ਤੇ ਐਕਸਪ੍ਰੈਸ ਐਂਟਰੀ BC ਦੇ ਵਾਸਤੇ ਇਹ ਇਨਵੀਟੇਸ਼ਨ ਗਏ ਨੇ, ਜਿਸ ਦੇ ਵਿੱਚ ਜੋ ਸਕਿਲਡ ਵਰਕਰ, ਇੰਟਰਨੈਸ਼ਨਲ ਗ੍ਰੈਜੂਏਟ, ਐਂਟਰੀ ਲੈਵਲ ਤੇ ਸੈਮੀ ਸਕਿਲਡ ਸਬ ਕੈਟਾਗਰੀਜ਼ ਨੇ ਜੋ SI ਦੀਆਂ ਤੇ EEBC ਸਟਰੀਮਸ ਦੀਆਂ ਉਹ ਵੀ ਆਉਂਦੀਆਂ ਨੇ। ਜੋ ਇਨਵੀਟੇਸ਼ਨ ਗਏ ਨੇ ਇਹਨਾਂ ਦੇ ਕੋਲ ਹੁਣ ਸੀਮਤ ਸਮਾਂ ਹੋਵੇਗਾ, ਜਿਸ ਤੋਂ ਬਾਅਦ ਇਹ ਅੱਗੇ ਆਪਣੀਆਂ ਫਾਈਲਾਂ ਨੂੰ ਜਮ੍ਹਾਂ ਕਰਵਾ ਸਕਦੇ ਨੇ ਤੇ ਫਿਰ PNP ਦੇ ਅਪਰੂਵਲ ਤੱਕ ਦੀ ਪ੍ਰਕਿਰਿਆ ਸ਼ੁਰੂ ਹੋ ਸਕਦੀ ਹੈ ਤੇ ਫਿਰ ਜਦੋਂ PNP ਦਾ ਅਪਰੂਵਲ ਆਉਂਦਾ ਹੈ ਤਾਂ PR ਵਾਸਤੇ ਅਪਲਾਈ ਕੀਤਾ ਜਾ ਸਕਦਾ ਹੈ। ਕੈਨੇਡਾ ਭਰ ਵਿੱਚ 23 ਫਰਵਰੀ 2022 ਦੇ ਦਿਨ ਪਿੰਕ ਸ਼ਰਟ ਡੇ ਮਨਾਇਆ ਗਿਆ। ਦਰਅਸਲ ਇਸ ਦੀ ਸ਼ੁਰੂਆਤ ਸਾਲ 2007 ਵਿੱਚ ਹੋਈ ਸੀ, ਜਦੋਂ ਨੋਵਾ ਸਕੋਸ਼ੀਆ ਦੇ ਇੱਕ ਛੋਟੇ ਟਾਊਨ ਵਿੱਚ ਇੱਕ ਮਾਮਲਾ ਸਾਹਮਣੇ ਆਇਆ ਸੀ, ਜਿੱਥੇ ਕਿ ਇੱਕ 9ਵੀਂ ਜਮਾਤ ਦਾ ਵਿਦਿਆਰਥੀ ਜੋ ਕਿ ਇੱਕ ਗੁਲਾਬੀ ਰੰਗ ਦੀ ਕਮੀਜ਼ ਪਾ ਕੇ ਜਦੋਂ ਸਕੂਲ ਦੇ ਵਿੱਚ ਪਹਿਲੇ ਦਿਨ ਆ ਗਿਆ ਸੀ ਤਾਂ ਕੁਝ ਹੋਰ ਵਿਦਿਆਰਥੀਆਂ ਦੇ ਵੱਲੋਂ ਉਸ ਨਾਲ ਬੁਰਾ ਵਤੀਰਾ ਕੀਤਾ ਗਿਆ ਸੀ ਤੇ ਇਸੇ ਦੀ ਜਾਗਰੂਕਤਾ ਦੇ ਤਹਿਤ ਉਸ ਵਿਦਿਆਰਥੀ ਦੇ ਹੱਕ ਵਿੱਚ ਉਸੇ ਸਕੂਲ ਤੋਂ ਉਸਦੇ ਸਾਥੀ ਆ ਗਏ ਜੋ ਕਿ ਫਿਰ ਗੁਲਾਬੀ ਕਮੀਜ਼ਾਂ ਪਾ ਕੇ ਆਏ ਤੇ ਇਸ ਸੰਬੰਧੀ ਜਾਗਰੂਕਤਾ ਉਹਨਾਂ ਦੇ ਵੱਲੋਂ ਫੈਲਾਈ ਗਈ ਕਿ ਜੋ ਬੁਲੀ ਨਾ ਕੀਤਾ ਜਾਵੇ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਕਿਸੇ ਵੀ ਕਾਰਨ ਦੇ ਪੱਖੋਂ। ਤੇ ਇਸ ਦੇ ਖਿਲਾਫ ਆਵਾਜ਼ ਚੁੱਕਦੇ ਹੋਏ ਉਹਨਾਂ ਨੇ ਇਹ ਸ਼ੁਰੂ ਕੀਤਾ ਸੀ ਆਵਾਜ਼ ਚੁੱਕਣੀ। ਗੁਲਾਬੀ ਕਮੀਜ਼ਾਂ ਪਾ ਕੇ ਉਹਨਾਂ ਦੇ ਵੱਲੋਂ ਸਮਰਥਨ ਦਿੱਤਾ ਗਿਆ ਸੀ ਤੇ ਇੱਕ ਸਕੂਲ ਤੋਂ ਸਾਲ 2007 ਦੇ ਵਿੱਚ ਸ਼ੁਰੂਆਤ ਹੋਈ ਸੀ, ਜੋ ਕਿ ਸਾਲ 2022 ਤੱਕ ਪਿੰਕ ਸ਼ਰਟ ਡੇ ਨਾ ਸਿਰਫ ਕੈਨੇਡਾ ਸਗੋਂ ਦੁਨੀਆ ਭਰ ਦੇ ਸੈਂਕੜੇ ਦੇਸ਼ਾਂ ਦੇ ਵਿੱਚ ਮਨਾਇਆ ਜਾਣ ਲੱਗਿਆ, ਜਿੱਥੇ ਕਿ ਫੰਡ ਵੀ ਇਕੱਠਾ ਕੀਤਾ ਜਾਂਦਾ ਹੈ ਤਾਂ ਕਿ ਅਜਿਹੇ ਜੇਕਰ ਕਿਤੇ ਕੋਈ ਵਿਅਕਤੀ ਮੌਜੂਦ ਵੀ ਨੇ ਜੋ ਬੁਲੀ ਹੁੰਦੇ ਨੇ ਜਾਂ ਵਿਦਿਆਰਥੀ ਨੇ ਤਾਂ ਉਹਨਾਂ ਦੀ ਮਦਦ ਕੀਤੀ ਜਾ ਸਕੇ ਤੇ ਇਸ ਸੰਬੰਧੀ ਜਾਗਰੂਕਤਾ ਨੂੰ ਹੋਰ ਜ਼ਿਆਦਾ ਫੈਲਾਇਆ ਜਾ ਸਕੇ। ਇਸ ਵਾਸਤੇ ਉਸ ਫੰਡ ਦੀ ਵਰਤੋਂ ਹੁੰਦੀ ਹੈ ਤੇ ਪਿੰਕ ਸ਼ਰਟ ਡੇ ਵਜੋਂ ਹਰ ਫਰਵਰੀ ਯਾਨੀ ਕਿ ਹਰ ਸਾਲ ਫਰਵਰੀ ਮਹੀਨੇ ਦੇ ਆਖਰੀ ਬੁੱਧਵਾਰ ਨੂੰ ਮਨਾਇਆ ਜਾਂਦਾ ਹੈ ਤੇ ਸਾਲ 2022 ਦੇ ਵਿੱਚ ਇਹ ਦਿਨ 23 ਫਰਵਰੀ ਨੂੰ ਆਇਆ ਜਦੋਂ ਇਸ ਦਿਨ ਨੂੰ ਮਨਾਇਆ ਗਿਆ ਤੇ ਗੁਲਾਬੀ ਕਮੀਜ਼ਾਂ ਪਾ ਕੇ, ਗੁਲਾਬੀ ਕੱਪੜੇ ਪਾ ਕੇ ਇੱਕ ਦੂਜੇ ਨੂੰ ਇਸ ਮੌਕੇ ਸੰਦੇਸ਼ ਦਿੱਤਾ ਗਿਆ ਤੇ ਜੋ ਇਸ ਵਾਰ ਪਿੰਕ ਸ਼ਰਟ ਡੇ ਮਨਾਇਆ ਗਿਆ ਉਸ ਦਾ ਥੀਮ ਵੀ ਇਹੋ ਸੀ ਕਿ ਇੱਕ ਦੂਜੇ ਨੂੰ ਉਤਸ਼ਾਹਿਤ ਕੀਤਾ ਜਾਵੇ ਕਿ ਜੇਕਰ ਕਿਸੇ ਦੇ ਵੱਲੋਂ ਖੁਦ ਨੂੰ ਕਮਜ਼ੋਰ ਮਹਿਸੂਸ ਕੀਤਾ ਵੀ ਜਾ ਰਿਹਾ ਹੈ ਤਾਂ ਉਸ ਮੌਕੇ ਉਸ ਦੀ ਮਦਦ ਕੀਤੀ ਜਾਵੇ, ਤਾਂ ਮਾਨਸਿਕ ਪੱਧਰ ਦੇ ਉੱਤੇ ਮਦਦ ਦਿੱਤੀ ਜਾਵੇ, ਗੱਲਬਾਤ ਕੀਤੀ ਜਾ ਸਕਦੀ ਹੈ, ਵਧੀਆ ਮਹਿਸੂਸ ਕਰਵਾਇਆ ਜਾਵੇ ਇੱਕ ਦੂਜੇ ਨੂੰ। ਇਸੇ ਟੀਚੇ ਤਹਿਤ ਅੱਜ ਦਾ ਇਹ ਦਿਨ ਮਨਾਇਆ ਗਿਆ, ਜਿਸ ਮੌਕੇ ਇੱਕ ਦੂਜੇ ਨੂੰ ਇਸ ਸੰਬੰਧੀ ਜਾਣਕਾਰੀ ਵੀ ਦਿੱਤੀ ਗਈ ਤੇ ਨਾਲ ਹੀ ਚੰਗਾ ਸੰਦੇਸ਼ ਵੀ ਦਿੱਤਾ ਗਿਆ ਕਿ ਇੱਕ ਦੂਜੇ ਦੀ ਮਦਦ ਹਰ ਵੇਲੇ ਕਰਨੀ ਚਾਹੀਦੀ ਹੈ ਤੇ ਮਾਨਸਿਕ ਪੱਧਰ ਦੇ ਉੱਤੇ ਇੱਕ ਦੂਜੇ ਨੂੰ ਹਰ ਵੇਲੇ ਮਜ਼ਬੂਤ ਕੀਤੇ ਜਾਣ ਦੇ ਵਿੱਚ ਮਦਦ ਵੀ ਕਿੰਨੀ ਜ਼ਰੂਰੀ ਹੈ। ਜਿਵੇਂ ਕਿ ਕੈਨੇਡਾ ਸਰਕਾਰ ਨੇ ਐਲਾਨ ਕੀਤਾ ਸੀ ਕਿ ਉਹਨਾਂ ਵਪਾਰਾਂ ਦੀ ਮਦਦ ਕੀਤੀ ਜਾਵੇਗੀ $10,000 ਤੱਕ ਜਿਹੜੇ ਕਿ ਪ੍ਰਦਰਸ਼ਨਾਂ ਦੇ ਕਰਕੇ ਪ੍ਰਭਾਵਿਤ ਹੋਏ ਨੇ, ਜਿਵੇਂ ਕਿ ਆਟਵਾ ਦੇ ਡਾਊਨਟਾਊਨ ਦੇ ਵਿੱਚ ਜਿਹੜੇ ਵਪਾਰ ਪ੍ਰਭਾਵਿਤ ਹੋਏ ਕਿ ਜੋ ਪ੍ਰਦਰਸ਼ਨ ਹੋ ਰਹੇ ਸੀ, ਵਪਾਰ ਲੰਮਾ ਚਿਰ ਬੰਦ ਰਹੇ ਤਾਂ ਉਹਨਾਂ ਨੂੰ ਵਿੱਤੀ ਮਦਦ ਦਿੱਤੀ ਜਾਵੇਗੀ। ਪਰ ਇਸੇ ਨੂੰ ਲੈ ਕੇ ਜਗਮੀਤ ਸਿੰਘ ਨੇ ਹਾਊਸ ਆਫ ਕਾਮਨਸ ਦੇ ਵਿੱਚ ਇੱਕ ਸਵਾਲ ਕੀਤਾ ਕਿ ਇਹ ਮਦਦ ਤਾਂ ਵਪਾਰਾਂ ਲਈ ਹੋਈ ਹੈ ਪਰ ਜਿਹੜੇ ਕਾਮੇ ਉੱਥੇ ਨਹੀਂ ਆ ਸਕੇ ਪ੍ਰਦਰਸ਼ਨਾਂ ਦੇ ਕਰਕੇ ਉਹਨਾਂ ਦੇ ਉੱਤੇ ਪ੍ਰਭਾਵ ਪਿਆ ਕਿ ਕਈ ਦਿਨ ਉਹ ਕੰਮ ਨਹੀਂ ਕਰ ਸਕੇ ਤਾਂ ਉਹਨਾਂ ਦੀ ਵਿੱਤੀ ਮਦਦ ਕਿਵੇਂ ਕੀਤੀ ਜਾਵੇਗੀ। ਤਾਂ ਇਸ ਸੰਬੰਧੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਦਾ ਜਵਾਬ ਦਿੱਤਾ ਹੈ। ਤੁਹਾਨੂੰ ਸੁਣਾਉਂਦੇ ਹਾਂ ਕਿ ਕੀ ਸੀ ਸਵਾਲ ਤੇ ਕੀ ਦਿੱਤਾ ਗਿਆ ਜਵਾਬ। The occupation in Ottawa and the blockades on bridges and borders across Canada has had a severe impact on workers. We know workers in Windsor, auto sector workers, workers in the downtown core of Ottawa, like the Rideau Centre and others, were severely impacted. They lost days, in some cases weeks of wages that made it even harder for them to put food on the table. The government's announced a plan to support small businesses, but not a plan for workers. Where is the plan to support the workers that have been impacted by the occupation and the blockades? The Right Honourable Prime Minister. Mr. Speaker, I thank the Honourable Leader of the NDP for his support of workers, and I agree with him on that. We've continued every step of the way through the difficult past 2 years we've had to be there for small businesses, for seniors, for young people, for workers, and we will continue to do that. We recognise that on top of the pandemic context, these occupations and blockades have been extremely difficult on businesses and workers, and we're moving forward with measures to support them. This is something I think we can all agree on in this House, to be there for Canadians.
ਜਿੱਥੇ ਇੱਕ ਪਾਸੇ ਕੈਨੇਡਾ ਵਿੱਚ ਐਮਰਜੈਂਸੀ ਐਕਟ ਨੂੰ ਹਟਾਉਣ ਦਾ ਫੈਸਲਾ ਲੈ ਲਿਆ ਗਿਆ ਤਾਂ ਦੂਜੇ ਪਾਸੇ ਪ੍ਰਦਰਸ਼ਨਕਾਰੀਆਂ ਦੇ ਵੱਲੋਂ ਲਗਾਤਾਰ ਕਿਹਾ ਜਾ ਰਿਹਾ ਹੈ ਕਿ ਉਹ ਪ੍ਰਦਰਸ਼ਨ ਕਰਨ ਤੋਂ ਹਜੇ ਵੀ ਪਿੱਛੇ ਨਹੀਂ ਹਟਣਗੇ। ਜੋ ਮੰਗਾਂ ਸਨ ਉਹ ਉਸੇ ਤਰ੍ਹਾਂ ਕੀਤੀਆਂ ਜਾ ਰਹੀਆਂ ਨੇ, ਪਰ ਜੋ ਮੁੱਖ ਥਾਵਾਂ ਦੇ ਉੱਤੋਂ ਪੁਲਿਸ ਦੇ ਵੱਲੋਂ ਜ਼ੋਰ ਅਜ਼ਮਾਇਸ਼ ਦੇ ਨਾਲ ਪ੍ਰਦਰਸ਼ਨਕਾਰੀਆਂ ਨੂੰ ਹਟਾਇਆ ਵੀ ਗਿਆ ਹੈ ਤੇ ਪ੍ਰਦਰਸ਼ਨਕਾਰੀ ਦੁਬਾਰਾ ਉੱਥੇ ਨਾ ਆਉਣ, ਇਹ ਸਥਾਈ ਬਣਾਉਣ ਦੇ ਵਾਸਤੇ ਵੀ ਪੁਲਿਸ ਕੋਸ਼ਿਸ਼ਾਂ ਤਾਂ लगातार कर रही है। पर प्रदर्शनकारियों के वलों जो सोशल मीडिया के उत्ते भी पोस्ट पाए जा रहे हैं, अगे जानकारी पाई जा रही है, तो उस यह दावा किया जा रहा है कि वह प्रदर्शन करने तो पिछे नहीं हटणगे जदों तक उन्होंने मंगां नूं मन नहीं लिया जाता। तो उधर जो प्रदर्शन करवा रहे सन मुख्य तौर के उत्ते जो अगवाई कर रहे सी, जो उन्होंने गिरफ्तारियां हुई, फिलहाल उन्होंने जमानत भी नहीं दी जा रही। इस उत्ते अगे जो भी अपडेट आएगी तुहानूं दस्सांगे। फिलहाल मैनूं दिओ इजाजत, सत श्री अकाल।